ਹਸਤ ਖੇਲਤ ਤੇਰੇ ਦਿਉਰੇ ਆਇਆ। ਭਾਗ 24ਵਾਂ। ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਵੱਲੋਂ ਸ਼ਾਂਤਮਈ ਤਰੀਕੇ ਨਾਲ ਸਮੇਂ ਦੀਆਂ ਸਰਕਾਰਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ। ਹਕੂਮਤੀ ਨਸ਼ੇ ਵਿੱਚ ਚੂਰ ਹਾਕਮ ਟੋਲਾ ਕਦੇ ਕਿਸੇ ਦੀ ਤਕਲੀਫ ਨਹੀਂ ਸੁਣਦੇ। ਭਾਰਤ ਵਰਗੇ ਦੇਸ਼ ਵਿੱਚ ਤਾਂ ਸੈਂਕੜੇ ਸਾਲ ਬੀਤ ਜਾਣ 'ਤੇ ਵੀ ਹਾਲੀ ਬਹੁਤਾ ਸੁਧਾਰ ਨਹੀਂ ਹੋਇਆ। ਆਪਣੇ ਹੱਕ ਮੰਗਣ ਵਾਲਿਆਂ ਉੱਤੇ ਅੱਜ ਵੀ ਸਰਕਾਰੀ ਫੋਰਸਾਂ ਭਿਆਨਕ ਜ਼ੁਲਮ ਢਾਉਂਦੀਆਂ ਹਨ। ਕਮਜ਼ੋਰ ਧਿਰਾਂ ਦੀ ਕਿਧਰੇ ਸੁਣਵਾਈ ਨਹੀਂ ਹੁੰਦੀ। ਦਸਮ ਪਾਤਸ਼ਾਹ ਇਸ ਆਉਣ ਵਾਲੀ ਅਸਾਮੀ ਜੰਗ ਵਾਸਤੇ ਸਿੱਖ ਸੇਵਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਿਆਰ ਕਰਦੇ ਰਹਿੰਦੇ ਸਨ। ਦੂਰੋਂ ਨੇੜਿਓਂ ਲੋਕ ਕਾਫਲੇ ਬਣਾ ਕੇ ਆਨੰਦਪੁਰ ਆਉਂਦੇ, ਯਥਾ ਸ਼ਕਤ ਦਸਵੰਧ ਅਰਪਣ ਕਰਦੇ। 2-4 ਦਿਨ ਉਪਦੇਸ਼ ਸੁਣ ਕੇ ਬਹੁਤੇ ਤਾਂ ਵਾਪਸ ਪਰਤ ਜਾਂਦੇ। ਕੁਝ ਜੋਸ਼ੀਲੇ ਨੌਜਵਾਨ ਸੇਵਕ ਇੱਥੇ ਹੀ ਰਹਿ ਕੇ ਸਿਖਲਾਈ ਹਾਸਲ ਕਰਨੀ ਸ਼ੁਰੂ ਕਰ ਦਿੰਦੇ ਕਿ ਆਉਣ ਵਾਲੇ ਸਮੇਂ 'ਚ ਸਾਨੂੰ ਕੀ ਕਰਨਾ ਚਾਹੀਦਾ। ਇੱਕ ਵਾਰੀ ਕਿਸੇ ਦੂਰ ਦੇ ਇਲਾਕੇ ਵਿੱਚੋਂ ਸੇਵਕਾਂ ਦਾ ਕਾਫਲਾ ਆਇਆ ਸੀ। ਉਹਨਾਂ ਸਲਾਹ ਕੀਤੀ ਸੀ ਕਿ 15 ਦਿਨ ਆਨੰਦਪੁਰ ਸਾਹਿਬ ਸਿੱਖਿਆ ਹਾਸਲ ਕਰਕੇ ਵਾਪਸ ਆ ਜਾਵਾਂਗੇ। ਆਖਰ ਨੂੰ ਪਰਿਵਾਰਾਂ ਦੀ ਜ਼ਿੰਮੇਵਾਰੀ, ਫਸਲਾਂ ਦੀ ਸਾਂਭ ਸੰਭਾਲ ਵੀ ਤਾਂ ਕਰਨੀ ਹੈ। ਵੱਡੀ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਵਾਸਤੇ ਆਏ ਜਥਿਆਂ 'ਤੇ ਗੁਰੂ ਜੀ ਨੇ ਵਾਪਸ ਮੁੜਨ 'ਤੇ ਰੋਕ ਲਾ ਦਿੱਤੀ। ਮੁੱਖ ਦਰਵਾਜ਼ਿਆਂ 'ਤੇ ਪਹਿਰੇ ਬਿਠਾ ਦਿੱਤੇ ਤਾਂ ਕਿ ਚੋਰੀ ਛਿਪੇ ਵੀ ਕੋਈ ਬਾਹਰ ਨਾ ਜਾ ਸਕੇ। ਆਮ ਬੰਦੇ ਨੂੰ ਘਰ ਪਰਿਵਾਰ ਦਾ ਫਿਕਰ ਸਤਾਉਣ ਲੱਗਦਾ ਹੈ। ਫਸਲ ਸਾਂਭਣੀ, ਪਸ਼ੂਆਂ ਦੀ ਸੰਭਾਲ ਆਦਿਕ ਕਈ ਜ਼ਿੰਮੇਵਾਰੀਆਂ ਹੁੰਦੀਆਂ ਨੇ। ਲੰਮਾ ਸਮਾਂ ਘਰੋਂ ਬਾਹਰ ਰਹਿ ਕੇ ਸਾਰੀ ਤਾਣੀ ਉਲਝ ਜਾਵੇਗੀ। ਗੁਰੂ ਜੀ ਜਾਣਦੇ ਸਨ ਕਿ ਲੰਮੀ ਜੰਗ ਸ਼ੁਰੂ ਹੋਣ ਜਾ ਰਹੀ ਹੈ। ਪਤਾ ਨਹੀਂ ਕਿੰਨੀਆਂ ਮੁਸੀਬਤਾਂ ਝੱਲਣੀਆਂ ਪੈਣ, ਜੰਗਲਾਂ ਵਿੱਚ ਵਾਸਾ ਕਰਨਾ ਪਵੇ, ਜਾਨਾਂ ਲੇਖੇ ਲਾਉਣੀਆਂ ਪੈਣ। ਅਗਰ ਜਿੱਤ ਗਏ ਤਾਂ ਸੁੱਖ ਦੇ ਹੱਕਦਾਰ ਬਣਿਆ ਜਾ ਸਕਦਾ ਹੈ। ਆਖਰ ਕੁਝ ਪ੍ਰਾਪਤ ਕਰਨ ਵਾਸਤੇ ਕੁਝ ਗਵਾਉਣਾ ਵੀ ਤਾਂ ਪੈ ਸਕਦਾ ਹੈ। ਦੂਰ ਦੇ ਕਿਸੇ ਪਿੰਡ ਵਿੱਚੋਂ ਇੱਕ ਜਥਾ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਸੀ। 10 ਕੁ ਦਿਨਾਂ ਮਗਰੋਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਲੱਗੇ ਘਰ ਜਾਣ ਦੀਆਂ ਵਿਉਂਤਾਂ ਘੜਨ। ਗੁਰੂ ਜੀ ਅੱਗੇ ਕਈ ਵਾਰ ਅਰਜ਼ ਕੀਤੀ ਪਰ ਇਜਾਜ਼ਤ ਨਾ ਮਿਲੀ। ਫਿਰ ਸਾਰਿਆਂ ਸਲਾਹ ਕਰਕੇ ਇੱਕ ਵੱਡੀ ਉਮਰ ਦੇ ਸੇਵਕ ਨੂੰ ਤਿਆਰ ਕੀਤਾ ਕਿ ਮਰਨ ਦਾ ਨਾਟਕ ਕਰੋ, ਮਰਨ ਦਾ ਨਾਟਕ ਕਰੋ, ਝੂਠੀ ਮੁੱਠੀ ਤੁਸੀਂ ਮਰ ਜਾਓ, ਅਸੀਂ ਸਾਰੇ ਪਿੱਟ ਸਿਆਪਾ ਕਰਾਂਗੇ। ਸੰਸਕਾਰ ਕਰਨ ਦੇ ਬਹਾਨੇ ਬਾਹਰ ਸ਼ਮਸ਼ਾਨ ਘਾਟ 'ਤੇ ਜਾਵਾਂਗੇ। ਉੱਥੋਂ ਹੀ ਸਾਰੇ ਆਪਣੇ ਆਪਣੇ ਘਰਾਂ ਨੂੰ ਦੌੜ ਜਾਵਾਂਗੇ। ਬਣਾਈ ਗਈ ਤਰਤੀਬ ਮੁਤਾਬਕ ਇੱਕ ਬੰਦੇ ਨੇ ਦਰਦ ਹੋਣ ਦੀ ਸ਼ਿਕਾਇਤ ਕੀਤੀ। ਹਾਲ ਪਾਰਿਆ ਤੋਂ ਮਗਰੋਂ ਬੰਦਾ ਡਿੱਗ ਕੇ ਮਰ ਗਿਆ। ਲੱਗੇ ਸਾਰੇ ਬਿਰਲਾਪ ਕਰਨ। ਗੁਰੂ ਸਾਹਿਬ ਕੋਲ ਖਬਰ ਪਹੁੰਚਾਈ ਗਈ। ਗੁਰੂ ਜੀ ਖੁਦ ਚੱਲ ਕੇ ਆਏ। ਮੁਰਦੇ ਨੂੰ ਵੇਖਿਆ, ਹਮਦਰਦੀ ਪ੍ਰਗਟਾਈ। ਸਾਰੇ ਸਾਥੀ ਆਖਣ ਲੱਗੇ, ਮਹਾਰਾਜ ਜੋ ਭਾਣਾ ਸੀ ਉਹ ਤਾਂ ਵਾਪਰ ਗਿਆ, ਹੁਣ ਸੰਸਕਾਰ ਕਰਨ ਦੀ ਇਜਾਜ਼ਤ ਤਾਂ ਦੇ ਦਿਓ। ਸਤਿਗੁਰੂ ਜੀ ਕਹਿਣ ਲੱਗੇ, ਇਜਾਜ਼ਤ ਹੈ ਭਾਈ, ਮੁਰਦੇ ਨੂੰ ਕੋਈ ਥੋੜ੍ਹਾ ਹੀ ਸਾਂਭ ਕੇ ਰੱਖਦਾ ਹੈ। ਇਹ ਬੜਾ ਪਿਆਰਾ ਸਿੱਖ ਸੀ, ਲੈ ਚੱਲੋ ਅਰਥੀ 'ਤੇ ਪਾ ਕੇ, ਅਸੀਂ ਵੀ ਸੰਸਕਾਰ ਦੇ ਨਾਲ ਇਹਦੇ ਚੱਲਦੇ ਹਾਂ। 4 ਬੰਦਿਆਂ ਨੂੰ ਅਰਥੀ ਚੁੱਕੀ ਬਾਹਰ ਨੂੰ ਚੱਲ ਪਏ। ਨਾਲ ਹੀ ਆਖੀ ਜਾਣ, ਮਹਾਰਾਜ ਤੁਹਾਡੇ ਰੁਝੇਵੇਂ ਬਹੁਤ ਹਨ, ਤੁਸੀਂ ਕਿਰਪਾ ਕਰਕੇ ਆਪਣੇ ਆਸਣ 'ਤੇ ਬਿਰਾਜੋ। ਇਹ ਕੰਮ ਤਾਂ ਸਾਡੇ ਵਰਗੇ ਸੇਵਕਾਂ ਦਾ ਹੈ, ਅਸੀਂ ਆਪੇ ਕਰ ਲਵਾਂਗੇ ਸਾਰਾ ਕੁਝ। ਗੁਰੂ ਜੀ ਆਖਣ ਲੱਗੇ, ਨਹੀਂ ਭਾਈ, ਕੰਮ ਤਾਂ ਕਦੇ ਖਤਮ ਹੀ ਨਹੀਂ ਹੁੰਦੇ। ਤੁਹਾਡੇ ਦੁੱਖ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ। ਇਉਂ ਟੁਰਦੇ ਹੋਏ ਸ਼ਮਸ਼ਾਨ ਘਾਟ ਵਿੱਚ ਪਹੁੰਚ ਗਏ। ਫਿਰ ਗੁਰੂ ਸਾਹਿਬ ਨੂੰ ਚਲੇ ਜਾਣ ਲਈ ਸਾਰੇ ਬੇਨਤੀਆਂ ਕਰੀ ਜਾਣ, ਪਰ ਗੁਰੂ ਜੀ ਆਖਣ ਲੱਗੇ, ਭਾਈ ਨਹੀਂ, ਮੈਂ ਸੰਸਕਾਰ ਕਰਵਾ ਕੇ ਹੀ ਜਾਵਾਂਗਾ। ਲੱਕੜਾਂ ਤਿਆਰ ਕਰਕੇ ਚਿਖਾ ਤਿਆਰ ਕਰ ਲਈ। ਫਿਰ ਮਿੰਨਤਾਂ ਕੀਤੀਆਂ, ਗੁਰੂ ਜੀ ਹੁਣ ਤਾਂ ਸਾਰਾ ਕੰਮ ਹੋ ਗਿਆ ਹੈ, ਤੁਸੀਂ ਆਰਾਮ ਕਰੋ ਜਾ ਕੇ। ਗੁਰੂ ਸਾਹਿਬ ਕਹਿਣ ਲੱਗੇ, ਨਹੀਂ ਭਾਈ, ਇਸ ਦਾ ਪੁੱਤਰ ਜਾਂ ਭਰਾ ਇੱਥੇ ਕੋਈ ਵੀ ਨਹੀਂ ਹੈ, ਨਾ ਕੋਈ ਹੋਰ ਨੇੜੇ ਦਾ ਰਿਸ਼ਤੇਦਾਰ ਹੈ। ਮੈਂ ਚਿਖਾ ਨੂੰ ਅਗਨੀ ਦੇ ਕੇ ਹੀ ਜਾਵਾਂਗਾ। ਚਿਖਾ ਦੇ ਉੱਪਰ ਮੁਰਦੇ ਨੂੰ ਲਿਟਾ ਦਿੱਤਾ ਗਿਆ। ਗੁਰੂ ਜੀ ਨੇ ਬਲਦੀ ਲੱਕੜੀ ਚੁੱਕ ਲਈ। ਚਿਖਾ ਨੂੰ ਅੱਗ ਲਾਉਣ ਹੀ ਲੱਗੇ ਸਨ ਕਿ ਮੁਰਦਾ ਉੱਠ ਕੇ ਦੌੜ ਪਿਆ। ਸਾਰੇ ਸਾਥੀ ਹੱਥ ਜੋੜੀ ਨੀਵੀਆਂ ਪਾਈ ਖੜ੍ਹੇ ਸਨ। ਗੁਰੂ ਸਾਹਿਬ ਆਖਣ ਲੱਗੇ, ਪਿਆਰਿਓ, ਤੁਹਾਡਾ ਸਬਰ ਪਰਖਣ ਵਾਸਤੇ ਮੈਂ ਕੁਝ ਰੋਕਾਂ ਤੇ ਪਾਬੰਦੀਆਂ ਤੁਹਾਡੇ ਬਾਹਰ ਜਾਣ 'ਤੇ ਲਾਈਆਂ ਸਨ। ਮੈਂ ਉੱਥੇ ਹੀ ਇਸ ਦਾ ਚਿਹਰਾ ਵੇਖ ਕੇ ਅੰਦਾਜ਼ਾ ਲਾ ਲਿਆ ਸੀ ਕਿ ਇਹ ਬੰਦਾ ਮਰਿਆ ਨਹੀਂ,
ਇਹ ਕੋਈ ਛਲਾਵਾ ਕਰ ਰਿਹਾ ਹੈ। ਅਗਰ ਆਉਣ ਵਾਲੇ ਸਮੇਂ ਵਿੱਚ ਜੰਗ ਯੁੱਧ ਲੜਨੇ ਪਏ, ਤੁਹਾਡੇ ਵਰਗੇ ਕਮਜ਼ੋਰ ਦਿਲ ਵਾਲੇ ਬੰਦੇ ਕਿਸੇ ਵੀ ਹੱਦ ਤੱਕ ਨੀਵੇਂ ਗਿਰ ਸਕਦੇ ਹਨ। ਸੰਭਾਲੋ ਆਪਣੇ ਆਪ ਨੂੰ। ਜੇ ਆਜ਼ਾਦੀ ਲੈਣੀ ਹੈ ਤਾਂ ਔਕੜਾਂ ਝੱਲਣੀਆਂ ਹੀ ਪੈਣੀਆਂ ਹਨ। ਸਾਰਿਆਂ ਨੇ ਹੱਥ ਜੋੜ ਕੇ ਕੰਬਦੀ ਜ਼ੁਬਾਨ ਨਾਲ ਮਾਫ਼ੀ ਮੰਗੀ। ਇਸ ਮੌਤ ਨੇ ਕਈਆਂ ਨੂੰ ਹਸਾਇਆ, ਕਈਆਂ ਨੂੰ ਰਵਾਇਆ ਅਤੇ ਕਈਆਂ ਨੂੰ ਸ਼ਰਮਿੰਦਾ ਕੀਤਾ। ਪਿਆਰਿਓ, ਉਹ ਤਾਂ ਗੁਰੂ ਸਾਹਿਬ ਕੋਲੇ ਮਾਫ਼ੀ ਮੰਗ ਕੇ ਫਿਰ ਆਪਣਾ ਪਛਤਾਵਾ ਕਰਕੇ ਸੁਰਖਰੂ ਹੋ ਗਏ। ਪਰ ਅੱਜ ਦੇ ਹਾਲਾਤ ਦੇ ਵਿੱਚ ਕਿੰਨੇ ਕੁ ਸਿੱਖ ਨੇ ਜਿਹੜੇ ਤੁਰਦੇ ਫਿਰਦੇ ਲਾਸ਼ਾਂ ਆਲੇ ਦੁਆਲੇ ਨਜ਼ਰ ਆਉਂਦੇ ਨੇ। ਕਹਿਣ ਮਾਤਰ ਅੰਦਰ ਜਿੰਦ ਜਾਨ ਹੈਗੀ ਹੈ, ਤੁਰਦੇ ਫਿਰਦੇ ਨੇ, ਪਰ ਨਾ ਗਿਆਨ ਹੈ, ਨਾ ਸਿਆਣਪ ਹੈ, ਨਾ ਬਹਾਦਰੀ ਹੈ, ਨਾ ਕੋਈ ਪਰਉਪਕਾਰ ਦੀ ਭਾਵਨਾ ਹੈ। ਕੇਵਲ ਮੁਰਦਿਆਂ ਵਾਂਗ ਆਪਣੇ ਸਰੀਰ ਨੂੰ ਚੁੱਕੀ ਤਾਂ ਫਿਰਦੇ ਨੇ, ਪਰ ਸਮਾਜ ਦੇ ਕਲਿਆਣ ਵਾਸਤੇ ਕੋਈ ਵੀ ਕੰਮ ਨਹੀਂ ਕਰ ਸਕਦੇ। ਕੀ ਅਜਿਹੇ ਕੰਮਾਂ ਦੇ ਉੱਤੇ ਹੱਸਿਆ ਜਾ ਸਕਦਾ ਹੈ ਕਿ ਰੋਇਆ ਜਾ ਸਕਦਾ ਹੈ? ਅੰਦਾਜ਼ਾ ਤੁਸੀਂ ਆਪ ਲਾਓ। ਆਖੋ ਸਤਿਨਾਮ।